फ्रेंड्स लास्ट टाइम ਆਪਾਂ ट्रायंगल ला ਤੇ ਪੈਲੋਗ੍ਰਾਮ ਲਾ ਬਾਰੇ ਪੜ੍ਹਿਆ ਸੀਗਾ। ਸੋ ਹੁਣ ਆਪਾਂ ਕਰਨਾ ਆ ਲॉ ਤਾਂ ਨਹੀਂ ਆਪਾਂ ਕਵਾਂਗੇ ਬਟ ਪ੍ਰਿੰਸੀਪਲ ਕਹਿ ਸਕਦੇ ਹਾਂ, ਪ੍ਰਿੰਸੀਪਲ ਆਫ ਰਿਜ਼ੋਲਵਡ ਪਾਰਟਸ। ਠੀਕ ਆ, ਇਸ ਮੈਥਡ ਦੇ ਨਾਲ ਆਪਾਂ ਸੋਲਵ ਕਰਨਾ ਹੈ ਰਿਜ਼ਲਟੈਂਟ ਨੂੰ। ਠੀਕ ਆ, ਤੇ ਕਿਸ ਤਰ੍ਹਾਂ ਦਾ ਸਿਸਟਮ ਹੋਊਗਾ, ਕਿਸ ਤਰ੍ਹਾਂ ਦੇ ਐਗਜ਼ਾਮਪਲਸ ਹੋਣਗੀਆਂ ਇਹਦੇ ਵਿੱਚ ਕੀ ਆ, ਫੋਰਸਿਸ ਜੋ ਐਕਟ ਕਰਨਗੀਆਂ। ਹੁਣ ਟ੍ਰਾਇੰਗਲ ਲਾ ਤੇ ਜੋ ਪੈਲੋਗ੍ਰਾਮ ਲਾ ਸੀਗਾ ਉਹਦੇ ਵਿੱਚ ਜਿਹੜੀ ਫੋਰਸਿਸ ਐਕਟ ਕਰ ਰਹੀਆਂ ਸੀ, ਉਹ ਦੋ ਫੋਰਸਿਸ ਐਕਟ ਕਰ ਰਹੀਆਂ ਸੀਗੀਆਂ, F1 ਤੇ F2। ਠੀਕ ਆ ਜੀ, ਕਿਸੇ ਇੱਕ ਪਾਰਟੀਕਲ ਦੇ ਉੱਤੇ, ਕਿਸੇ ਐਂਗਲ ਦੇ ਉੱਤੇ ਲੱਗ ਰਹੀਆਂ ਸੀਗੀਆਂ। ਹੁਣ ਜੇ ਇੱਕ ਸਿਸਟਮ ਆ ਜਿਹਦੇ ਉੱਪਰ ਮਲਟੀਪਲ ਫੋਰਸਿਸ ਐਕਟ ਕਰ ਰਹੀਆਂ ਆ, ਠੀਕ ਆ ਜੀ, 3 ਫੋਰਸ ਐਕਟ ਕਰ ਰਹੀਆਂ, 4 ਫੋਰਸ ਐਕਟ ਕਰ ਰਹੀਆਂ, 5 ਫੋਰਸਿਸ ਐਕਟ ਕਰ ਰਹੀਆਂ, ਉਹਨਾਂ ਨੂੰ ਕਿੱਦਾਂ ਸੋਲਵ ਕਰਾਂਗੇ? ਉਹ ਫਿਰ ਉੱਥੇ ਪੈਲੋਗ੍ਰਾਮ ਤੇ ਟ੍ਰਾਇੰਗਲ ਲਾ ਤਾਂ ਲਗਾ ਨਹੀਂ ਸਕਦੇ। ਫਿਰ ਉਹਦੇ ਲਈ ਕੀ ਆ, ਅਲੱਗ-ਅਲੱਗ ਮੈਥਡ ਹੈਗੇ। ਪੋਲੀਗਨ ਲਾਅ ਵਾਲਾ ਮੈਥਡ ਵੀ ਹੈਗਾ ਆ, ਬਟ ਇਹ ਵਾਲੇ ਮੈਥਡ ਜ਼ਿਆਦਾ ਈਜ਼ੀ ਹੈਗਾ ਆ, ਇਸ ਕਰਕੇ ਆਪਾਂ ਇਸੇ ਮੈਥਡ ਨਾਲ ਸੋਲਵ ਕਰਾਂਗੇ ਇਹ ਵਾਲੇ ਨਿਊਮੈਰੀਕਲ। ਠੀਕ ਆ, ਪ੍ਰਿੰਸੀਪਲ ਆਫ ਰਿਜ਼ੋਲਵਡ ਪਾਰਟਸ। ਸੋ ਇਹਦੇ ਵਿੱਚ ਕੀ ਆ, ਇਹਨੂੰ ਸੋਲਵ ਕਿੱਦਾਂ ਕਰਨਾ ਆ, ਸੋਲਵ ਕਰਨ ਦਾ ਤਰੀਕਾ ਕੀ ਹੈਗਾ? ਬਹੁਤ ਹੀ ਈਜ਼ੀ ਮੈਥਡ ਆ, ਬਹੁਤ ਹੀ ਆਰਾਮ ਦੇ ਨਾਲ ਆਪਾਂ ਇਹਨੂੰ ਸਮਝਾਂਗੇ। ਇਹਦੇ ਬੇਸ 'ਤੇ ਫਿਰ ਅੱਜ ਇੱਕ ਨਿਊਮੈਰੀਕਲ ਕਰਾਂਗੇ। ਠੀਕ ਆ ਜੀ, ਸੋ ਆਪਾਂ ਦੇਖਦੇ ਹਾਂ ਕੀ ਹੈਗਾ ਆ। ਸੋ ਤੁਹਾਨੂੰ ਕੀ ਆ, ਇੱਕ ਪਾਰਟ ਆ, ਇੱਕ ਪੁਆਇੰਟ ਆ, ਜਿੱਦਾਂ ਆਪਾਂ ਪਿਛਲੀ ਵਾਰ ਇੱਕ ਪਾਰਟੀਕਲ ਉੱਪਰ ਇੱਕ ਫੋਰਸ ਲੱਗਦੀ, ਇਸੇ ਤਰ੍ਹਾਂ ਇੱਥੇ ਵੀ ਆਪਾਂ ਇੱਕ ਪੁਆਇੰਟ ਲੈ ਲੈਂਦੇ ਹਾਂ। ਪੁਆਇੰਟ ਉਹਦੇ ਇੱਕ ਪੁਆਇੰਟ ਆ ਜਾਂ ਬੋਡੀ ਆ, ਉਹਦੇ ਉੱਪਰ ਕੀ ਆ, ਫੋਰਸਿਸ ਐਕਟ ਕਰ ਰਹੀਆਂ ਹੈ। ਠੀਕ ਹੈ ਜੀ, F1 F2 F3 ਇਸ ਤਰ੍ਹਾਂ ਫੋਰਸਿਸ ਐਕਟ ਕਰ ਰਹੀਆਂ ਉਹਦੇ ਉੱਪਰ। ਠੀਕ ਹੈ ਜੀ, ਸੋ ਪਹਿਲਾਂ ਆਪਾਂ ਉਹਨੂੰ ਗ੍ਰਾਫਿਕਲ ਰਿਪਰੈਜ਼ੈਂਟ ਕਰਦੇ ਹਾਂ। ਇਹਨੂੰ ਐਕਸ ਐਕਸਿਸ ਦੇ ਦਿੱਤੀ ਆ, ਇਹਨੂੰ ਵਾਈ ਐਕਸਿਸ ਦੇ ਦਿੱਤੀ ਆ। ਠੀਕ ਹੈ ਜੀ, ਐਕਸ ਐਕਸਿਸ ਵਾਈ ਐਕਸਿਸ। ਹੁਣ ਉਹਦੇ ਉੱਪਰ ਫੋਰਸ ਐਕਟ ਕਰ ਰਹੀਆਂ F1 F2 ਤੇ F3, ਆਹ 3 ਫੋਰਸਿਸ ਐਕਟ ਕਰ ਰਹੀਆਂ ਹੈ। ਠੀਕ ਹੈ ਜੀ, ਹੁਣ ਕੀ ਕਹਿ ਰਿਹਾ ਆ ਕਿ ਉਹ ਫੋਰਸ ਜੋ ਐਕਟ ਕਰ ਰਹੀਆਂ ਆ, ਆਪਾਂ ਕੀ ਕਰਨਾ ਆ, ਆਪਾਂ ਉਸ ਫੋਰਸ ਦਾ ਜੋ ਐਂਗਲ ਆ ਉਹਨੂੰ ਰਿਜ਼ੋਲਵ ਕਰ ਲੈਣਾ। ਰਿਜ਼ੋਲਵਡ ਪ੍ਰਿੰਸੀਪਲ ਆਫ ਰਿਜ਼ੋਲਵਡ ਪਾਰਟਸ ਦਾ ਮਤਲਬ ਕੀ ਹੈ? ਰਿਜ਼ੋਲਵਡ ਪਾਰਟਸ ਦਾ ਮਤਲਬ ਕੀ ਆ ਕਿ ਤੁਹਾਨੂੰ ਯਾਦ ਹੋਣਾ ਆ ਕਿ ਆਪਾਂ ਕੀ ਕਰਦੇ ਸੀਗੇ ਕਿ ਐਕਸ ਐਕਸਿਸ ਦੇ ਅਕੋਰਡਿੰਗ ਆਪਾਂ ਥੀਟਾ ਲੈ ਲੈਂਦੇ ਸੀਗੇ। ਕਿਹੜਾ ਥੀਟਾ ਲੈਂਦੇ ਸੀਗੇ? ਤੁਹਾਨੂੰ ਯਾਦ ਹੋਣਾ, ਆਪਾਂ ਐਕਸ ਐਕਸਿਸ ਦੇ ਅਕੋਰਡਿੰਗ ਕੋਸ ਥੀਟਾ ਲੈ ਲੈਂਦੇ ਸੀਗੇ, ਵਾਈ ਦੇ ਅਕੋਰਡਿੰਗ ਆਪਾਂ ਸਾਈਨ ਥੀਟਾ ਲੈ ਲੈਂਦੇ ਸੀਗੇ। ਉਹਨੂੰ ਰਿਜ਼ੋਲਵ ਕਰਦੇ, ਤੁਹਾਨੂੰ ਯਾਦ ਹੋਊਗਾ ਸ਼ਾਇਦ, ਆਪਾਂ ਬਹੁਤ ਪਹਿਲਾਂ ਆਪਾਂ ਕਰਦੇ ਸੀਗੇ ਇਸ ਤਰ੍ਹਾਂ। ਦੇਖਦੇ ਹਾਂ, ਤੁਹਾਨੂੰ ਥੋੜ੍ਹਾ ਯਾਦ ਵਰਨਾ ਲਾਸਟ ਜੋ ਤੁਸੀਂ ਕਰਦੇ ਆ ਰਹੇ ਸੀਗੇ। ਆਪਾਂ ਕੀ ਆ, ਕੋਈ ਵੀ ਇੱਕ ਪਾਰਟ ਹੁੰਦਾ ਸੀਗਾ, ਜਿੱਦਾਂ ਹੁਣ ਆਹ W ਆ, ਸਪੋਜ਼ ਆ ਪਾਰਟ W ਆ, ਇਹਨੂੰ ਰਿਜ਼ੋਲਵ ਕਰਨਾ ਹੈ ਦੋ ਪਾਰਟਸ ਦੇ ਵਿੱਚ। ਆਪਾਂ ਰਿਜ਼ੋਲਵ ਕਿੱਦਾਂ ਕਰਦੇ ਸੀਗੇ, ਆਹ ਵਾਲਾ ਪਾਰਟ ਅਤੇ ਆਹ ਵਾਲਾ ਪਾਰਟ, ਇਹਨੂੰ ਦੋ ਐਕਸਿਸ ਦੇ ਰਿਜ਼ੋਲਵ ਕਰ ਦਿੰਦੇ ਸੀਗੇ। ਆਹ ਬਣ ਜਾਂਦਾ ਸੀ ਕਿ ਤੁਹਾਡਾ W cos ਥੀਟਾ। ਠੀਕ ਆ ਜੀ, ਐਂਗਲ ਕਿੰਨਾ ਹੁੰਦਾ ਸੀਗਾ, ਇੱਥੇ ਸਪੋਜ਼ ਐਂਗਲ ਕੀ ਸੀਗਾ, ਥੀਟਾ। ਤਾਂ ਆਹ ਬਣ ਜਾਂਦਾ ਸੀ ਤੁਹਾਡਾ ਹੋਰੀਜ਼ੋਨਟਲ ਡਾਇਰੈਕਸ਼ਨ ਵਿੱਚ W cos ਥੀਟਾ ਬਣ ਜਾਂਦਾ ਸੀਗਾ। ਆਹ ਤੁਹਾਡਾ ਵਰਟੀਕਲ ਡਾਇਰੈਕਸ਼ਨ ਵਿੱਚ W ਕੀ ਬਣ ਜਾਂਦਾ ਸੀਗਾ, ਸਾਈਨ ਥੀਟਾ। ਮਤਲਬ ਜਿੰਨਾ ਥੀਟਾ ਲੱਗਦਾ ਸੀਗਾ ਉਹ ਤੁਹਾਡਾ ਕੋਸ ਥੀਟਾ ਲੱਗਦਾ ਸੀਗਾ। ਉਹਨਾਂ ਜਿਸ ਡਾਇਰੈਕਸ਼ਨ ਵਿੱਚ, ਜਿਸ ਲਾਈਨ ਦੇ ਉੱਤੇ, ਠੀਕ ਆ ਜੀ, ਥੀਟਾ ਹੁੰਦਾ ਸੀਗਾ, ਉੱਥੇ ਆਪਾਂ ਕੋਸ ਥੀਟਾ ਅਪਲਾਈ ਕਰਦੇ ਸੀਗੇ। ਜਿੱਥੇ ਥੀਟਾ ਨਹੀਂ ਲੱਗਦਾ ਸੀਗਾ ਉਹ ਆਪਾਂ ਸਾਈਨ ਥੀਟਾ ਲੈਂਦੇ ਸੀਗੇ। ਇਹਨੂੰ ਯਾਦ ਕਰਨ ਦਾ ਤਰੀਕਾ ਆ। ਠੀਕ ਆ, ਇਹਨੂੰ ਕਹਿੰਦੇ ਆ ਰਿਜ਼ੋਲਵਡ ਪਾਰਟਸ। ਕਿਸੇ ਚੀਜ਼ ਨੂੰ ਆਪਾਂ ਹੋਰੀਜ਼ੋਨਟਲ ਅਤੇ ਵਰਟੀਕਲ ਦੇ ਵਿੱਚ ਰਿਜ਼ੋਲਵ ਕਰਨ ਦਾ ਤਰੀਕਾ ਆ। ਠੀਕ ਆ ਜੀ, ਹੋਰੀਜ਼ੋਨਟਲ ਵਾਲਾ ਪਾਰਟ ਉਹੀ ਹੁੰਦਾ ਜਿੰਨਾ ਥੀਟਾ ਲੱਗਾ ਹੁੰਦਾ ਆ। ਠੀਕ ਆ, ਜੇ ਬਾਈ ਚਾਂਸ ਕੱਲ੍ਹ ਨੂੰ ਜੇ ਮੈਂ ਕਹਿ ਦੇਵਾਂ ਕਿ ਥੀਟਾ ਤੁਹਾਡਾ ਇੱਧਰਲੇ ਪਾਸੇ ਆ, ਥੀਟਾ ਤੁਹਾਡਾ ਇੱਧਰਲੇ ਪਾਸੇ ਆ, ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਇਹ ਤੁਹਾਡਾ ਕੀ ਬਣ ਗਿਆ, ਸਾਈਨ ਥੀਟਾ ਬਣ ਗਿਆ। ਇਹ ਸਾਈਨ ਥੀਟਾ ਨਹੀਂ ਹੈ। ਜਿੱਦਾਂ ਥੀਟਾ ਲੱਗਾ ਹੋਊਗਾ ਉੱਧਰ ਕੀ ਬਣ ਜਾਣਾ, ਤੁਹਾਡਾ ਕੋਸ ਥੀਟਾ ਬਣ ਜਾਣਾ। ਜਿਹੜਾ ਵਿਹਲੀ ਵਾਲੀ ਸਾਈਡ ਆ ਉਹ ਸਾਈਨ ਥੀਟਾ ਬਣ ਜਾਣਾ। ਠੀਕ ਆ ਜੀ, ਸੋ ਮੇਰੇ ਕਹਿਣ ਦਾ ਮਤਲਬ ਇਹ ਆ। ਠੀਕ ਆ, ਜਿੱਧਰ ਥੀਟਾ ਹੋਊਗਾ ਉਹ ਤੁਹਾਡਾ ਹੋਰੀਜ਼ੋਨਟਲ ਪਾਰਟ ਬਣੇਗਾ, ਜਿੱਦਾਂ ਥੀਟਾ ਨਹੀਂ ਹੋਊਗਾ ਉਹ ਤੁਹਾਡਾ ਕੀ ਬਣ ਜਾਏਗਾ, ਵਰਟੀਕਲ ਪਾਰਟ ਬਣੇਗਾ। ਠੀਕ ਆ, ਸੋ ਇਹ ਕਹਿਣ ਦਾ ਮਤਲਬ ਸੀਗਾ ਮੇਰਾ। ਸੋ ਬਾਕੀ ਇਹਦੇ ਵਿੱਚ ਆਪਾਂ ਦੇਖਣਾ ਆ ਰਿਜ਼ੋਲਵਡ ਪਾਰਟਸ। ਰਿਜ਼ੋਲਵਡ ਪਾਰਟ ਦਾ ਮਤਲਬ ਕੀ ਆ ਕਿ ਕੋਈ ਵੀ ਆਪਾਂ ਇੱਕ ਕੁਆਂਟਿਟੀ ਹੁੰਦੀ ਸੀਗੀ ਉਹਨੂੰ ਆਪਾਂ ਸਾਈਨ ਥੀਟਾ ਅਤੇ ਕੋਸ ਥੀਟਾ ਦੇ ਵਿੱਚ ਤੋੜ ਲੈਂਦੇ ਸੀਗੇ। ਠੀਕ ਆ ਜੀ, ਸੋ ਇਹਦੇ ਵਿੱਚ ਵੀ ਆਪਾਂ ਰਿਜ਼ੋਲਵਡ ਪਾਰਟਸ ਮੈਥਡ ਹੀ ਲਗਾਉਣਾ ਆ। ਠੀਕ ਆ, ਉਹਨੂੰ ਆਪਾਂ ਸਮੇਸ਼ਨ H ਦਾ ਮਤਲਬ ਕੀ ਹੁੰਦਾ ਸੀ, ਹੋਰੀਜ਼ੋਨਟਲ। ਸਮੇਸ਼ਨ V ਦਾ ਮਤਲਬ ਕੀ ਹੁੰਦਾ ਸੀ, ਵਰਟੀਕਲ। ਸਮੇਸ਼ਨ ਦਾ ਮਤਲਬ ਕੀ ਹੁੰਦਾ ਸੀਗਾ, ਜਿੰਨੇ ਵੀ ਉਹਦੇ ਵਿੱਚ ਟਰਮਸ ਹੈਗੇ ਉਹਨਾਂ ਨੂੰ ਤੁਸੀਂ ਸਾਰਿਆਂ ਨੂੰ ਕੀ ਕਰ ਦੇਣਾ, ਐਡ ਅਪ। ਸਮੇਸ਼ਨ ਦਾ ਮਤਲਬ ਹੀ ਕੀ ਹੁੰਦਾ ਆ, ਐਡ ਅਪ। ਇਹਨੂੰ ਕਹਿੰਦੇ ਆ ਸਮੇਸ਼ਨ। ਠੀਕ ਆ, ਆਹ ਜੋ ਹੈਗਾ ਆ ਇਹਨੂੰ ਕਹਿੰਦੇ ਆ ਸਮੇਸ਼ਨ। ਸਮੇਸ਼ਨ H ਦਾ ਮਤਲਬ ਜਿੰਨੀਆਂ ਵੈਲਿਊ ਸਾਰਿਆਂ ਨੂੰ ਐਡ ਕਰ ਦਿਓ। ਸਮੇਸ਼ਨ V ਦਾ ਮਤਲਬ ਕੀ ਆ, ਜਿੰਨੀਆਂ ਵੈਲਿਊਜ਼ ਆ ਉਹਨੂੰ ਐਡ ਕਰ ਦਿਓ। ਠੀਕ ਆ ਜੀ, ਸੋ ਦੇਖਦੇ ਹਾਂ ਕਿੱਦਾਂ ਇਹਨੂੰ ਆਪਾਂ ਸੋਲਵ ਕਰਨਾ ਆ। ਇਹਦੇ ਵਿੱਚ ਕੀ ਕਹਿੰਦਾ ਪਿਆ ਆ, ਫੋਰਸ ਲੈ ਲਈਆਂ F1 F2 ਅਤੇ F3। ਠੀਕ ਆ ਜੀ, ਹੋਰੀਜ਼ੋਨਟਲ ਵਾਲੀਆਂ ਵੀ ਲੈਣੀਆਂ, ਵਰਟੀਕਲ ਵਾਲੀਆਂ ਵੀ ਲੈਣੀਆਂ ਹੈ। ਠੀਕ ਆ ਜੀ, ਹੋਰੀਜ਼ੋਨਟਲ ਦੇ ਵਿੱਚ ਕੀ ਆ,
ठीक है जी, वो पहला देख लें। कहता जी F1 फोर्स आ वो एक्ट कर रही है θ1 डायरैक्शन में एक्ट कर रही है। ठीक है जी, देखो डायरैक्शन दी हुई है θ1। जी F2 फोर्स आ वो θ2 डायरैक्शन एक्ट कर रही है। जी F3 फोर्स आ वो θ3 डायरैक्शन में एक्ट कर रही है। ठीक है जी, वो जिन्ने भी एंगल आ वो सारे कितों लै रहे हैं, आप एक्स एक्सिस तो लै रहे हैं। मैं फिर रिपीट करता, जिन्ने भी एंगल आ वो सारे कितों लै रहे हैं, आप एक्स एक्सिस तो लै रहे हैं। ठीक है जी, सो इस तरह का फार्मूला आप इस तरह का जो सिस्टम आ उत्थों आप फार्मूले जनरेट करने हैं। ठीक है जी, हुण की आ हॉरिजोंटल ते वर्टिकल। हॉरिजोंटल दे विच की आना है cos थीटा आना, वर्टिकल दे विच की आना sin थीटा आना। ठीक है जी, सो सिंपल फार्मूला तुहाडा आपां लगा देना है। सो आपां मान लैंदे आ जो हॉरिजोंटल हैगा उन्होंने समेशन एच ना भी लिख सकते हैं, उन्होंने आर एक्स ना भी लिख सकते हैं, रिजल्टेंट ऑफ एक्स। ठीक है जी, रिजल्टेंट ऑफ वाई, आर एक्स का मतलब कि रिजल्टेंट ऑफ अलॉन्ग एक्स एक्सिस, रिजल्टेंट अलॉन्ग वाई एक्सिस। ठीक है जी, सो उस अकॉर्डिंग आप करना है। सो इनू फाइंड आउट कितना करना, फाइंड आउट की करना आप सिंपल ही की करना आ जो फोर्स आ ते जो एंगल आ। ठीक है जी, उन्होंने आप लेना आ। ठीक है जी, जे आप सपोज लै लिया, मैं इत्थे लै लिया आर एक्स की हो गया, हुण एक्स की है तुहाडा हॉरिजोंटल आ, हॉरिजोंटल में की होंदा है cos थीटा होंदा है, तो मैं की करना है F1 फार्मूला की बन गया F1 cos θ1 प्लस F2 cos θ2 प्लस F3 cos θ3, सिंपल। ठीक है जी, इसी तरीके नाल जे आप वर्टिकल वाली देखो फार्मूला सेम है ना, पहला फार्मूला चेक कर लो F1 cos θ1 प्लस F2 cos θ2 प्लस F3 cos θ3 विच इज़ इक्वल टू आर cos थीटा लिखा है, आर cos सिंपल लिख दो तुम उन्होंने आर एक्स। ठीक है जी, आर एक्स लिख दो। इसी तरीके ना आर वाई लवांगे, आर वाई के आना वाई आ तो वाई के आता है साइन थीटा। सो फार्मूला की बन गया F1 sin θ1, F2 sin θ2, F3 sin θ3। ठीक है जी, सो आर वाई आ गया। हुण कंप्लीट रिजल्टेंट कितना कढ़ना है, करते की पे आप रिजल्टेंट ही फाइंड आउट करते पे ना। कंप्लीट रिजल्टेंट की करना, कंप्लीट रिजल्टेंट करने का फार्मूला की है आर इज इक्वल्स टू आर एक्स द स्केयर प्लस आर वाई द स्केयर द रूट। इस तरीके नाल मैनू मैगनीट्यूड पता लग जाना रिजल्टेंट का। ठीक है, हुण रह गई डायरैक्शन, डायरैक्शन कितना करना है वही। हुण इस डायरैक्शन की है थीटा आ, हुण थीटे आप लै लिया θ1 θ2 θ3 इदा थीटे ले लिया आप। ठीक है जी, सिंपली तुसीं की करना, सिंपल फार्मूला आ उन्होंने देखना बस आप टैन थीटा इज इक्वल्स टू आर वाई अपॉन आर एक्स। तुहाडे कोल उपर आर वाई की वैल्यू भी आ जानी है, तुहाडे कोल उपर आर एक्स की वैल्यू भी आ जानी है, और दोनों की वैल्यू ये पुट कर देनी है। थीटा इज इक्वल्स टू टैन इनवर्स ऑफ आर वाई अपॉन आर एक्स, जो भी वैल्यू आई तुहाडी वो आप टैन इनवर्स का फार्मूला लगा के थीटा कढ़ लेना है। थीटा तुहानूं दस दूगा डिग्री, किस डिग्री के उत्ते किस डायरैक्शन के उत्ते वो रिजल्टेंट एक्ट करती पई है, बस सिंपल। ठीक है जी, सो इस ढंग के नाल आपां इह न्यूमेरिकल नूं सॉल्व करना है। सो ये बेस के उत्ते एक न्यूमेरिकल हैगा आ, वो आप देख लैंदे फटाफट। ठीक है जी, सो ये की हैगा आ, आप लै रहे हैं हैग्जागोन। ठीक है जी, हैग्जागोन लै रहे हैं, हैग्जागोन दे विच एक पॉइंट लिया आप, एक पॉइंट आ, इस एक पॉइंट मतलब एक कॉर्नर आ, एक कॉर्नर के उत्ते मल्टीपल ऑफ फोर्सिस एक्ट कर रही हैं। ठीक है जी, उन्होंने आप कहता है कितनी फोर्सिस एक्ट कर रही हैं, उन्हें क्वेश्चन की दिता है द फोर्सिस ऑफ 30 न्यूटन 40 न्यूटन 50 न्यूटन 60 न्यूटन एंड 70 न्यूटन, मतलब 5 फोर्सिस एक्ट कर रही हैं। ठीक है जी, आर एक्टिंग फ्रॉम वन ऑफ द एंगुलर पॉइंट ऑफ अ रेगुलर हैग्जागोन। पहला तो बच्चों को यह पता होना चाहिए हैग्जागोन है की आ। ठीक है जी, हैग्जागोन की हैगा आ जिहदियां 6 साइड्स होन, हैग्जागोन की आ जिहदियां 6 साइड्स होन। आ हैग्जागोन मैं जो बना रहा आ इहदियां 6 साइड्स आ। कोई भी एक कॉर्नर ले लो, आ कॉर्नर ले लिया मैं, ਉਹਦੇ ਉੱਤੇ आ 5 फोर्सिस एक्ट कर रही हैं। आ जो पॉइंट ए आ ये वही शो कर रहा है, ये आ वाला पॉइंट मान के चलो। ठीक है जी, हुण तुहानूं ये पता होना चाहिए आ कि हैग्जागोन के अंदर एंगल कितना होंदा ते बाहर एंगल कितना होंदा। जिहड़ा अंदर एंगल होंदा है, आ अंदर एंगल कितना होंदा है 120 डिग्री। ठीक है, तो वो जिहड़ा बाहर वाला एंगल होंदा वो होंदा है 180 विचों 120 माइनस कर दो कितना बन गया 60। बाहर वाला एंगल कितना होंदा 60 डिग्री, अंदर जिहड़ा एंगल होंदा वो कितना है 120 डिग्री। कहंदा जिहड़ी वो मल्टीपल ऑफ फोर्सिस वो कित्थे एक्ट कर रही हैं, एक पॉइंट के उत्ते एक्ट कर रही हैं। वो पॉइंट किहड़ा, जिद्दां पॉइंट आपां इत्थे आ दिखाता मैं ए पॉइंट, ਉਹਦੇ ਉੱਤੇ मल्टीपल ऑफ फोर्सिस एक्ट कर रही हैं, 5 फोर्सिस एक्ट कर रही हैं। बस
ਉਹ 5 ਫੋਰਸਿਸ ਇਸ ਪੁਆਇੰਟ ਦੇ ਵਿੱਚ ਐਕਟ ਕਰਾ ਦੇਣੀਆਂ ਆਪਾਂ, ਠੀਕ ਆ ਜੀ। ਐਂਗਲ ਕੀ ਹੈ, ਪੂਰਾ ਐਂਗਲ ਕੀ ਆ 120, ਠੀਕ ਆ ਜੀ। ਉਹਨਾਂ ਫੋਰਸਿਸ ਵਿੱਚ ਕਿੰਨਾ ਕਿੰਨਾ ਐਂਗਲ ਲੱਗੂਗਾ ਆਪਾਂ ਉਹ ਤੋੜ ਲੈਣਾ ਹੈ, ਰੈਗੂਲਰ ਆ, ਠੀਕ ਆ ਜੀ। ਆਪਾਂ ਉਹ ਦੇਖ ਲੈਣਾ ਕਿੰਨਾ ਐਂਗਲ ਲੱਗਦਾ ਹੈ, ਠੀਕ ਆ ਜੀ। ਸੋ ਆਪਾਂ ਹੁਣ ਦੇਖਦੇ ਹਾਂ ਇਹ ਨਿਊਮੈਰੀਕਲ ਸੋਲਵ ਕਿੱਦਾਂ ਕਰਨਾ ਹੈ। ਹੁਣ ਉਹਦੇ ਵਿੱਚ ਆਪਾਂ ਕਹਿੰਦਾ ਉਹਦੇ ਵਿੱਚ ਤੁਸੀਂ ਫਾਈਂਡ ਆਊਟ ਕੀ ਕਰਨਾ ਹੈ, ਅੱਗੇ ਕੀ ਕਹਿੰਦਾ ਪਿਆ ਆ, ਟੂਵਰਡਸ ਦਾ 5 ਐਂਗੂਲਰ ਪੁਆਇੰਟਸ ਟੇਕਨ ਇਨ ਆਰਡਰ, ਇੱਕ ਆਰਡਰ ਦੇ ਵਿੱਚ ਲੈਣੇ। ਮਤਲਬ ਕਹਿਣ ਦਾ ਮਤਲਬ ਕੀ ਆ, ਪਹਿਲਾਂ 30 ਨਿਊਟਨ ਵਾਲੀ ਫੋਰਸ ਲੈਣੀ ਹੈ, F1 ਇਜ਼ ਇਕੁਅਲ ਟੂ 30 ਨਿਊਟਨ, F2 ਇਜ਼ ਇਕੁਅਲ ਟੂ 40 ਨਿਊਟਨ, F3 ਇਜ਼ ਇਕੁਅਲ ਟੂ 50, F4 ਮਤਲਬ ਸਾਈਮਲਟੇਨੀਅਸਲੀ, ਬਸ ਇੱਦਾਂ ਹੀ ਚੱਲੀ ਜਾਣਾ ਆਪਾਂ, ਠੀਕ ਆ ਜੀ, ਰਿਸਪੈਕਟਿਵਲੀ। ਸੋ ਉਹ 5 ਫੋਰਸਿਸ ਕਹਿੰਦਾ ਉਸ ਐਂਗੂਲਰ ਪੁਆਇੰਟ ਦੇ ਉੱਪਰ ਲੱਗ ਰਹੀਆਂ ਆ, ਠੀਕ ਆ ਜੀ, ਇੱਕ ਆਰਡਰ ਦੇ ਵਿੱਚ ਲੱਗ ਰਹੀਆਂ ਆ, ਠੀਕ ਆ। ਅਤੇ ਉਹਦਾ ਕਹਿੰਦਾ ਫਾਈਂਡ ਦਾ ਮੈਗਨੀਟਿਊਡ ਐਂਡ ਡਾਇਰੈਕਸ਼ਨ ਆਫ ਦਾ ਰਿਜ਼ਲਟੈਂਟ ਅਤੇ ਰਿਜ਼ਲਟੈਂਟ ਫੋਰਸ ਦਾ ਜੋ ਮੈਗਨੀਟਿਊਡ ਆ ਡਾਇਰੈਕਸ਼ਨ ਆ ਉਹਦਾ ਫਾਈਂਡ ਆਊਟ ਕਰਕੇ ਦਿਖਾਓ, ਠੀਕ ਆ ਜੀ। ਸੋ ਸਿੰਪਲ ਉਹਨੇ ਪਹਿਲਾਂ ਹੁਣ ਤੁਹਾਨੂੰ ਸਭ ਕੁਝ ਆਪ ਜਨਰੇਟ ਕਰਨਾ ਪੈਣਾ, ਉਹਦਾ ਫਾਰਮੂਲਾ, ਉਹਦਾ, ਠੀਕ ਆ ਜੀ, ਡਾਇਗਰਾਮ, ਇਹ ਸਾਰਾ ਕੁਝ ਤੁਹਾਨੂੰ ਆਪ ਬਣਾਉਣਾ ਪੈਣਾ, ਠੀਕ ਆ। ਪਹਿਲਾਂ ਤੁਹਾਨੂੰ ਪਤਾ ਲੱਗ ਗਿਆ ਆ, ਉਹ ਕੋਰਨਰ ਵਾਲਾ ਪੁਆਇੰਟ ਲੈ ਲਿਆ, ਉਸ ਕੋਰਨਰ ਦੇ ਉੱਤੇ 5 ਫੋਰਸਿਸ ਐਕਟ ਕਰ ਰਹੀਆਂ, ਦੇਖੋ 30 ਨਿਊਟਨ, 40 ਨਿਊਟਨ, F2 50 ਨਿਊਟਨ, 60 ਨਿਊਟਨ, 70 ਨਿਊਟਨ, ਮਤਲਬ ਸਾਰੀਆਂ ਉਸ 120 ਡਿਗਰੀ ਦੇ ਵਿੱਚ ਹੀ ਐਕਟ ਕਰਨੀਆਂ ਚਾਹੀਦੀਆਂ ਸਾਰੀਆਂ ਫੋਰਸਿਸ, ਠੀਕ ਆ ਜੀ। ਹੈਗਜ਼ਾਗੋਨ ਦੇ ਅੰਦਰਲੇ ਪੁਆਇੰਟ ਦੇ ਵਿੱਚ ਐਕਟ ਕਰ ਰਹੀਆਂ ਸਾਰੀਆਂ ਫੋਰਸਿਸ। ਹੁਣ ਕਹਿੰਦਾ ਹੁਣ ਕਿੰਨੀਆਂ ਫੋਰਸਿਸ ਆ, ਕਿੰਨੀਆਂ ਫੋਰਸਿਸ ਮਤਲਬ ਇਨ ਬਿਟਵੀਨ ਆ ਰਹੀਆਂ, ਦੇਖੋ 30 ਨਿਊਟਨ ਤਾਂ ਆ ਗਈ AB ਦੇ ਉੱਤੇ, 40 50 60 ਅਤੇ 70 ਇਹਨਾਂ ਦੇ ਵਿੱਚ ਐਂਗਲ ਹੈਗਾ ਆ, ਇਹਨਾਂ ਵਿੱਚ ਐਂਗਲ ਵੀ ਆਊਗਾ। ਉਹ ਐਂਗਲ ਕਿੰਨਾ ਆ, ਠੀਕ ਆ ਜੀ। ਹੁਣ ਦੇਖੋ ਕਿੰਨੇ ਐਂਗਲ ਬਣ ਰਹੇ ਆ, 1 2 3 4 ਐਂਗਲ ਬਣ ਰਹੇ ਆ, ਠੀਕ ਆ। ਐਂਗਲ ਕਿੰਨਾ ਸੀਗਾ ਟੋਟਲ 120 ਡਿਵਾਈਡਡ ਬਾਏ 4 ਕਿੰਨਾ ਹੋ ਗਿਆ 30 ਡਿਗਰੀ, ਮਤਲਬ ਇਨ ਬਿਟਵੀਨ ਹਰ ਇੱਕ ਦੇ ਐਂਗਲ ਕਿੰਨਾ ਆਊਗਾ 30 ਡਿਗਰੀ ਆਏਗਾ, ਠੀਕ ਆ ਜੀ। ਸੋ ਆਪਾਂ ਹੁਣ ਇਹਦੇ ਵਿੱਚ ਕੀ ਕਰਨਾ ਆ, ਸਿੰਪਲ ਸਾਨੂੰ ਪਤਾ ਲੱਗ ਗਈਆਂ, ਪਹਿਲਾਂ ਤਾਂ ਫੋਰਸਿਸ ਪਤਾ ਹੋਣੀਆਂ ਚਾਹੀਦੀਆਂ। F1 ਫੋਰਸ ਕਿੰਨੀ ਆ 13, F2 ਕੀ ਆ 40, F3 ਕੀ ਆ 50, F4 ਕੀ ਆ 60, F5 ਕੀ ਆ 70, ਇੱਦਾਂ ਲਿਖ ਲੈਣੀਆਂ ਤੁਸੀਂ ਸਾਰੀਆਂ ਫੋਰਸਿਸ। ਉਹਨਾਂ ਵਿੱਚ ਐਂਗਲ ਕਿੰਨਾ ਹੈ 30 ਡਿਗਰੀ 30 ਡਿਗਰੀ 30 ਡਿਗਰੀ, ਹਰ ਇੱਕ ਦਾ ਮਤਲਬ 120 ਡਿਗਰੀ ਸੀਗਾ, 120 ਡਿਗਰੀ 4 ਫੋਰਸਿਸ ਲੱਗ ਰਹੀਆਂ, ਡਿਵਾਈਡ ਕੀਤਾ 30 ਡਿਗਰੀ ਐਂਗਲ ਆ ਗਿਆ ਹਰ ਇੱਕ ਦੀ ਫੋਰਸ ਦੇ ਵਿੱਚ, ਠੀਕ ਆ ਜੀ। ਹੁਣ ਆ ਜਾਓ ਜੋ ਪਿੱਛੇ ਆਪਾਂ ਕੀਤਾ ਆ, ਪਿੱਛੇ ਕੀ ਕੀਤਾ ਸੀਗਾ ਆਪਾਂ, ਹੋਰੀਜ਼ੋਨਟਲ, ਠੀਕ ਆ ਜੀ। ਫੋਰਸਿਸ ਕਿਸੇ ਪੁਆਇੰਟ ਦੇ ਉੱਪਰ ਲੱਗ ਰਹੀਆਂ ਹੈ, ਇਸ ਤਰ੍ਹਾਂ ਫੋਰਸਿਸ ਲੱਗ ਰਹੀਆਂ ਹੈ। ਹੋਰੀਜ਼ੋਨਟਲ ਦੇ ਵਿੱਚ ਆਹ ਕੀ ਬਣ ਗਿਆ ਤੁਹਾਡਾ θ1 ਬਣ ਗਿਆ, ਅਗਲਾ ਵੀ ਤੁਹਾਡਾ ਹੋਰੀਜ਼ੋਨਟਲ ਤੋਂ ਹੀ ਕਿੰਨਾ ਬਣਦਾ ਸੀਗਾ θ2 ਬਣਦਾ ਸੀਗਾ, ਠੀਕ ਆ ਜੀ। θ1 ਬਣ ਗਿਆ, θ2 ਬਣ ਗਿਆ, ਇਸ ਤਰ੍ਹਾਂ ਆਪਾਂ ਲੈ ਕੇ ਚੱਲਦੇ ਸੀਗੇ। ਸੋ ਮੈਂ ਤੁਹਾਨੂੰ ਇਹ ਕਿਉਂ ਦੱਸ ਰਿਹਾ, ਕਿਉਂਕਿ ਜਦੋਂ ਆਪਾਂ RX ਮਤਲਬ ਸਮੇਸ਼ਨ ਆਫ H, RY ਮਤਲਬ ਸਮੇਸ਼ਨ ਆਫ V, ਠੀਕ ਆ ਜੀ, ਇਹ ਜਦੋਂ ਆਪਾਂ ਫਾਈਂਡ ਆਊਟ ਕਰਨਾ ਆ, ਫਾਰਮੂਲਾ ਕੀ ਬਣਨਾ ਉਹੀ F1 cos θ, F2 cos θ, ਜੇ H ਆ, ਜੇ V ਆ ਤਾਂ sin θ, F1 sin θ, F2 sin θ, ਇਸ ਤਰ੍ਹਾਂ ਆਪਾਂ ਚੱਲਣਾ, ਠੀਕ ਆ ਜੀ। ਸੋ F1 ਕੀ ਆ ਇਹਦੇ ਵਿੱਚ 30 ਨਿਊਟਨ, F2 ਕੀ ਆ 40 ਨਿਊਟਨ, F3 ਕੀ ਆ, ਸੋ ਨਾਲ ਕੀ ਲੱਗਣੇ ਐਂਗਲ। ਹੁਣ ਇਹਦੇ ਵਿੱਚ ਸਮੇਸ਼ਨ ਦੇ ਵਿੱਚ ਐਂਗਲ ਕਿੰਨੇ ਕਿੰਨੇ ਆ, ਦੇਖੋ ਧਿਆਨ ਨਾਲ ਚੈੱਕ ਕਰੋ। ਪਹਿਲਾ ਐਂਗਲ ਕਿੰਨਾ ਆ ਗਿਆ 30 ਨਿਊਟਨ ਦੇ ਵਿੱਚ ਕੋਈ ਐਂਗਲ ਨਹੀਂ ਆ, ਕੋਸ ਕੀ ਬਣ ਗਿਆ 0 ਡਿਗਰੀ ਪਲੱਸ। ਨੈਕਸਟ ਕੀ ਆ ਗਿਆ 40 ਕੀ ਆ ਗਿਆ ਤੁਹਾਡਾ F2 ਕੋਸ θ2 ਕਿੰਨਾ ਆ ਰਿਹਾ, ਹੁਣ ਦੇਖੋ 30 ਡਿਗਰੀ ਦੇ ਉੱਪਰ ਲੱਗ ਰਿਹਾ θ2, ਸੋ ਕਿੰਨਾ ਬਣ ਗਿਆ 30 ਡਿਗਰੀ, ਠੀਕ ਆ, ਪਲੱਸ F3 ਕਿੰਨਾ ਆ 50, ਠੀਕ ਆ ਜੀ, ਕੋਸ θ3। ਹੁਣ θ3 ਇੱਥੇ ਤੁਸੀਂ 30 ਨਹੀਂ ਲੈਣਾ, ਕਿਉਂ, ਕਿਉਂਕਿ ਆਪਾਂ ਸਾਰੇ ਐਂਗਲ ਕਿੱਥੋਂ ਕੈਲਕੂਲੇਟ ਕਰ ਰਹੇ ਹਾਂ, ਧਿਆਨ ਨਾਲ ਚੈੱਕ ਕਰੋ, ਸਾਰੇ ਐਂਗਲ ਪਰ ਕਿੱਥੋਂ ਕੈਲਕੂਲੇਟ ਕਰ ਰਹੇ ਹਾਂ, ਹੋਰੀਜ਼ੋਨਟਲ ਤੋਂ ਕਰ ਰਹੇ ਹਾਂ, ਠੀਕ ਆ। ਸੋ ਐਂਗਲ ਤੁਹਾਡਾ ਕੀ ਬਣਨਾ, ਹੋਰੀਜ਼ੋਨਟਲ ਤੋਂ ਐਂਗਲ ਬਣਨਾ ਤੁਹਾਡਾ 50 ਨਿਊਟਨ ਦਾ, ਠੀਕ ਆ ਜੀ। ਮੈਂ ਇੱਕ ਵਾਰੀ ਫੇਰ ਰਿਪੀਟ ਕਰ ਰਿਹਾ, ਹੋਰੀਜ਼ੋਨਟਲ ਤੋਂ ਹੀ ਸਾਰੇ ਐਂਗਲ ਲੈ ਰਹੇ ਹਾਂ, ਤਾਂ ਹੋਰੀਜ਼ੋਨਟਲ ਤੋਂ ਹੀ ਐਂਗਲ ਕਿੰਨਾ ਬਣਨਾ ਤੁਹਾਡਾ 30 + 30 ਕਿੰਨਾ ਬਣ ਗਿਆ 60 ਡਿਗਰੀ। ਸੋ ਇੱਥੇ ਕੀ ਲਿਆ ਇਹਨੇ 60 ਡਿਗਰੀ ਲਿਆ। ਸਿਮਿਲਰਲੀ ਅੱਗੇ ਦੇਖਣਾ ਹੈ F4, ਠੀਕ ਆ ਜੀ, ਮਤਲਬ 60 ਨਿਊਟਨ ਕਿੰਨਾ ਲੱਗ ਰਿਹਾ ਹੈ 30 + 30 + 30 ਹੋਰੀਜ਼ੋਨਟਲ ਤੋਂ ਜਾ ਰਹੇ ਨਾ, ਕਿੰਨਾ ਬਣ ਗਿਆ 90 ਡਿਗਰੀ। ਇਸੇ ਤਰੀਕੇ ਨਾਲ 70 ਕਿੰਨੇ ਤੇ ਆ 120 ਡਿਗਰੀ ਤੇ ਲੱਗ ਰਿਹਾ। ਸੋ ਇਹ ਫਾਰਮੂਲਾ ਬਣ ਗਿਆ, ਵੈਲਿਊ ਪੁੱਟ ਕਰਤੀਆਂ ਸਾਰਿਆਂ ਦੇ, ਕੋਸ 30 ਡਿਗਰੀ 60 ਡਿਗਰੀ ਇਹ ਸਾਰਾ ਫਾਈਂਡ ਆਊਟ ਕਰ ਲੈਣਾ। ਜੇ ਵੈਲਿਊ ਨੈਗੇਟਿਵ ਆ ਰਹੀ ਹੈ ਤਾਂ ਨੈਗੇਟਿਵ ਹੀ ਲਿਖਣੀ ਆ, ਜੇ ਪੋਜ਼ਿਟਿਵ ਆ ਰਹੀ ਹੈ ਤਾਂ ਪੋਜ਼ਿਟਿਵ ਹੀ ਲਿਖਣੀ ਆ, ਠੀਕ ਆ ਜੀ। ਜੋ ਤੁਸੀਂ ਪੁੱਟ ਕਰੋਗੇ ਤੁਹਾਨੂੰ ਪਤਾ ਲੱਗ ਜਾਏਗਾ। ਸੋ ਇਹਦੇ ਵਿੱਚ ਕੀ ਆ, ਜੋ ਨੈਗੇਟਿਵ ਟਰਮ ਆ ਰਹੀ ਹੈ ਨੈਗੇਟਿਵ ਟਰਮ ਰੱਖੋ, ਜੋ ਪੋਜ਼ਿਟਿਵ ਆ ਰਹੀ ਹੈ ਪੋਜ਼ਿਟਿਵ ਰੱਖੋ, ਸਾਰਿਆਂ ਨੂੰ ਸੋਲਵ ਕਰ ਦਿਓ। ਪਹਿਲਾਂ ਮਲਟੀਪਲਾਈ ਕਰੋ, ਫਿਰ ਪਲੱਸ ਕਰੋ, ਫਿਰ ਮਾਈਨਸ ਕਰੋ, ਇੱਦਾਂ ਹੀ ਆ ਨਾ, ਡਿਵੀਜ਼ਨ, ਮਲਟੀਪਲੀਕੇਸ਼ਨ, ਐਡੀਸ਼ਨ, ਫਿਰ ਸਬਟਰੈਕਸ਼ਨ। ਪਹਿਲਾਂ ਮਲਟੀਪਲਾਈ ਕਰੋ, ਫਿਰ ਐਡੀਸ਼ਨ ਕਰੋ, ਫਿਰ ਜੋ ਬਚ ਗਿਆ ਫਿਰ ਸਬਟਰੈਕਟ ਕਰੋ ਉਹਦੇ ਵਿੱਚੋਂ, ਠੀਕ ਆ ਜੀ।
ਜੇ ਮਾਈਨਸ ਮਾਈਨਸ ਵਾਲੀਆਂ ਟਰਮ ਹੈਗੀਆਂ ਉਹ ਸਾਰੇ ਮਾਈਨਸ ਮਾਈਨਸ ਇੱਕ ਪਾਸੇ ਕਰ ਲਓ, ਜੇ ਪਲੱਸ ਪਲੱਸ ਵਾਲੀਆਂ ਹੈ ਸਾਰੇ ਪਲੱਸ ਪਲੱਸ ਇੱਕ ਪਾਸੇ ਕਰ ਲਓ, ਫਿਰ ਐਂਡ ਵਿੱਚ ਬਚਣਾ ਇੱਕ ਪਲੱਸ ਇੱਕ ਮਾਈਨਸ, ਫਿਰ ਪਲੱਸ ਮਾਈਨਸ ਕਰਕੇ ਫਿਰ ਤੁਸੀਂ ਆਨਸਰ ਕਰਨਾ। ਇਹ ਤੁਹਾਨੂੰ ਮੈਂ ਤਾਂ ਦੱਸ ਰਿਹਾ ਕਿਉਂਕਿ ਬੱਚੇ ਬਹੁਤ ਗਲਤੀਆਂ ਕਰਦੇ ਇਹਦੇ ਵਿੱਚ, ਠੀਕ ਆ ਜੀ। ਸੋ ਇਸੇ ਤਰੀਕੇ ਨਾਲ ਵੀ ਕਰ ਲੈਣਾ। ਵੀ ਦੇ ਵਿੱਚ ਕੀ ਆ, ਸਾਈਨ ਥੀਟਾ ਆ, F1 ਸਾਈਨ ਥੀਟਾ 1 ਪਲੱਸ F2 ਸਾਈਨ ਥੀਟਾ 2, ਬਸ ਇੱਦਾਂ ਹੀ 5 ਹੈਗੀਆਂ, ਇੱਦਾਂ ਹੀ ਚੱਲੀ ਜਾਣਾ, ਠੀਕ ਆ ਜੀ। ਸਾਈਨ 0, ਸਾਈਨ 30 ਡਿਗਰੀ, ਸਾਈਨ 60 ਡਿਗਰੀ, ਸਾਈਨ 90, ਸਾਈਨ 120, ਬਾਕੀ ਸਭ ਕੁਝ ਸੇਮ ਆ, ਠੀਕ ਆ ਜੀ। ਪੁੱਟ ਕਰਨੀ, ਇਹ ਤੁਹਾਡਾ ਕੀ ਬਣ ਗਿਆ, ਸਮੇਸ਼ਨ ਆਫ ਵੀ, ਜਾਂ ਆਪਾਂ ਨੂੰ ਆਰ ਵਾਈ ਵੀ ਕਿਹਾ ਸੀਗਾ, ਇਹਨੂੰ ਆਪਾਂ ਆਰ ਐਕਸ ਵੀ ਕਿਹਾ ਸੀਗਾ, ਆਪਾਂ ਕਹਿ ਸਕਦੇ ਹਾਂ, ਠੀਕ ਆ ਜੀ। ਸੋ ਮੈਗਨੀਟਿਊਡ ਤੇ ਡਾਇਰੈਕਸ਼ਨ, ਮੈਗਨੀਟਿਊਡ ਕੱਢਣ ਲੱਗੇ ਆ, ਮੈਗਨੀਟਿਊਡ ਕਿੱਦਾਂ ਕੱਢਣਾ ਆ, ਬਸ ਆਹ ਦੇਖੋ ਸਿੰਪਲ ਫਾਰਮੂਲਾ, ਠੀਕ ਆ। ਸਮੇਸ਼ਨ ਆਫ ਐਚ ਜਾਂ ਆਰ ਐਕਸ ਦਾ ਸਕੇਅਰ ਪਲੱਸ ਆਰ ਵਾਈ ਦਾ ਸਕੇਅਰ ਉੱਪਰ ਹੋਲ ਰੂਟ, ਵੈਲਿਊ ਪੁੱਟ ਕੀਤੀ, ਸਕੇਅਰ ਕੀਤਾ, ਰੂਟ ਕੱਢਿਆ, ਮੈਗਨੀਟਿਊਡ ਨਿਕਲ ਗਿਆ। ਡਾਇਰੈਕਸ਼ਨ ਕੱਢਣੀ, ਡਾਇਰੈਕਸ਼ਨ ਕਿੱਦਾਂ ਕੱਢੀ ਸੀਗੀ, ਆਰ ਵਾਈ ਡਿਵਾਈਡਡ ਬਾਏ ਆਰ ਐਕਸ, ਮਤਲਬ ਸਮੇਸ਼ਨ ਆਫ ਵੀ ਡਿਵਾਈਡਡ ਬਾਏ ਸਮੇਸ਼ਨ ਆਫ ਐਚ ਲਿਖ ਸਕਦੇ ਹਾਂ ਆਪਾਂ, ਠੀਕ ਆ ਜੀ। ਸੋ ਕੀ ਬਣ ਗਿਆ, tan ਥੀਟਾ ਇਜ਼ ਇਕੁਅਲ ਟੂ ਸਮੇਸ਼ਨ ਆਫ ਵੀ ਡਿਵਾਈਡ ਬਾਏ ਸਮੇਸ਼ਨ ਆਫ ਐਚ, ਥੀਟਾ ਇਜ਼ ਇਕੁਅਲ ਟੂ tan ਇਨਵਰਸ ਆਫ, ਜੋ ਵੈਲਿਊ ਆਈ tan ਇਨਵਰਸ ਆਫ ਕਰ ਦੇਣਾ, ਤੁਹਾਡਾ ਡਿਗਰੀ 'ਚ ਆਂਸਰ ਆਏਗਾ। ਬਹੁਤ ਈਜ਼ੀ ਆ, ਕਰਕੇ ਦੇਖਿਓ, ਠੀਕ ਆ ਜੀ। ਜੇ ਨਹੀਂ ਪਤਾ ਲੱਗਾ ਆਪਾਂ ਕਲਾਸ ਦੇ ਵਿੱਚ ਡਿਸਕਸ ਕਰ ਲਾਂਗੇ, ਤੁਸੀਂ ਮੈਨੂੰ ਪਰਸਨਲ ਮੈਸੇਜ ਕਰਕੇ ਵੀ ਪੁੱਛ ਸਕਦੇ ਹੋ, ਠੀਕ ਹੈ ਜੀ। ਸੋ ਅੱਜ ਦੇ ਲਈ ਇੰਨਾ ਹੀ, ਬਾਕੀ ਆਪਾਂ ਨੈਕਸਟ ਟਾਈਮ